सरकार ਵੱਲੋਂ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਤੇ ਕਬਜ਼ਾ। ਮੌਜੂਦਾ ਸਰਕਾਰ ਨੂੰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨੇ ਚਾਹੀਦੇ ਹਨ। ਬਰਗਾੜੀ ਕੇਸ ਦੇ ਦੋਸ਼ੀਆਂ ਨੂੰ ਬਿਨਾਂ ਦੇਰੀ ਜੋ ਵੀ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਨਵਾਂ ਸ਼ਹਿਰ ਦੇ ਹਲਕਾ ਬੰਗਾ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਜਥੇਦਾਰ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਕੱਟ ਵਿੱਚ ਬਣੇ ਖੂਬਸੂਰਤ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਕੇਂਦਰ ਵੱਲੋਂ ਆਪਣਾ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਬਰਗਾੜੀ ਕੇਸ ਦੇ ਦੋਸ਼ੀਆਂ ਨੂੰ ਬਿਨਾਂ ਦੇਰੀ ਜੋ ਵੀ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ। ਇਸ ਮੌਕੇ ਸਿਮਰਜੀਤ ਸਿੰਘ ਮਾਨ ਵੱਲੋਂ 2024 ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਖੁਸ਼ਹਾਲਪਾਲ ਸਿੰਘ ਮਾਨ ਨੇ ਵੀ ਨਾਮ ਦਾ ਵੀ ਐਲਾਨ ਕੀਤਾ। ਤੁਸੀਂ ਵੇਖ ਰਹੇ ਹੋ ਨਿਊਜ਼ ਰੀਡਰ ਚੈਨਲ ਤੇ ਮਨਵੀਰ ਗੁਣਾਚੌਰ ਅਤੇ ਬਲਦੇਵ ਬੱਬੀ ਦੀ ਬੰਗਿਆਂ ਤੋਂ ਰਿਪੋਰਟ। सरदार बूटा सिंह जिहड़े साडी पार्टी के कन्वीनियर हैगे है अमरीका दे, उन्होंने अपने दादा जी ते पड़दादा जी की याद दे विच पार्क पिंड दे विच बनाया, जो कि पिंड के कोले होने चाहिए इहो जिहे पार्क जिथे बच्चे जाके खेड सकन, बीबियां बैठ सकन ते बजुर्ग भी जिहड़ियां अपनियां गल्लां करनियां हैगियां वो इत्थे आके करन। ਇਹਦਾ ਬਹੁਤ ਸਾਨੂੰ ਸਾਰਿਆਂ ਨੂੰ ਫਾਇਦਾ ਹੋਊਗਾ ਤੇ ਮੇਰਾ ਖਿਆਲ ਹੈ ਇਹ ਪਹਿਲਾ ਪਾਰਕ ਹੈ ਜਿਹੜਾ ਅਮਰੀਕਾ ਦੇ ਸਿੱਖ ਨੇ ਆਪਣੇ ਪਿੰਡ ਦੇ ਵਿੱਚ ਆਪਣੇ ਪੜਦਾਦਾ ਜੀ ਤੇ ਦਾਦਾ ਜੀ ਦੀ ਯਾਦ ਦੇ ਵਿੱਚ ਖੋਲ੍ਹਿਆ। ਤੇ ਇਸ ਤਰ੍ਹਾਂ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਿੱਖ ਭਰਾ ਬਾਹਰ ਵੱਸਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੀ ਨਿਸ਼ਾਨੀ ਆਪਣੇ ਆਪਣੇ ਪਿੰਡ ਦੇ ਵਿੱਚ ਕੋਈ ਦਿਓ ਜਿਹਦੇ ਨਾਲ ਇੱਥੇ ਵੀ ਫਾਇਦਾ ਹੋਵੇ ਤੇ ਤੁਹਾਡੀ ਯਾਦ ਬਜ਼ੁਰਗਾਂ ਦੀ ਖਰੀ ਰਹੇ। ਮਾਨ ਸਾਹਿਬ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਜਿਵੇਂ ਕੇਂਦਰ ਨੇ ਆਪਣਾ ਸਥਾਪਿਤ ਕਰ ਲਿਆ, ਆਪਣਾ ਰਾਜ ਸ਼ੁਰੂ ਕਰ ਲਿਆ, ਪੰਜਾਬ ਦੇ ਨਾਲ ਵੱਡਾ ਧਰੋਹ ਹੈ ਕਿ ਪੰਜਾਬ ਦੀ ਰਾਜਧਾਨੀ ਪੰਜਾਬ ਦੀ ਮੰਗ ਰਹੀ ਹਮੇਸ਼ਾ, ਇਹਦੇ ਦੇ ਕੀ ਕਹਿਣਾ ਮੌਜੂਦਾ ਸਰਕਾਰ ਵੱਲੋਂ? ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਕਸ਼ਮੀਰ ਦੇ ਵਿੱਚ ਪੂਰਾ ਯੂਨੀਅਨ ਟੈਰੀਟਰੀ ਬਣਾ ਕੇ ਰਾਜ ਸਥਾਪਿਤ ਕੀਤਾ ਹੋਇਆ BJP RSS ਦੀ ਯੂਨੀਅਨ ਸਰਕਾਰ ਨੇ, ਇਸੇ ਤਰ੍ਹਾਂ ਪਹਿਲਾਂ BSF ਦਾ ਜਿਹੜਾ ਦਾਇਰਾ ਸੀਗਾ ਉਹ 50 ਕਿਲੋਮੀਟਰ ਅੰਦਰ ਪੰਜਾਬ ਦੇ ਕਰ ਦਿੱਤਾ ਹੈ, ਜਿੱਥੇ ਉਹ ਕਿਸੇ ਨੂੰ ਗ੍ਰਿਫਤਾਰ ਵੀ ਕਰ ਸਕਦੇ ਆ, ਤਲਾਸ਼ੀਆਂ ਵੀ ਲੈ ਸਕਦੇ ਆ। ਪਰ ਮੈਂ ਆਪਣੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਚਿਰ ਇਹਨਾਂ ਦੇ ਕੋਲੇ ਵਾਰੰਟ ਤਲਾਸ਼ੀ ਦੇ ਨਾ ਹੋਣ ਉਨਾ ਚਿਰ ਆਪਾਂ ਨੇ ਕਿਸੇ ਨੂੰ ਵੀ ਤਲਾਸ਼ੀ ਨਹੀਂ ਦੇਣੀ ਹੈਗੀ। ਜਿੰਨਾ ਚਿਰ ਕਿਸੇ ਦੇ ਕੋਲੇ ਪੁਲਿਸ ਜਾਂ BSF ਦੇ ਕੋਲੇ ਗ੍ਰਿਫਤਾਰ ਕਰਨ ਆਵੇ, ਜਿੰਨਾ ਚਿਰ ਉਹਨਾਂ ਦੇ ਕੋਲੇ ਗ੍ਰਿਫਤਾਰੀ ਵਾਰੰਟ ਨਹੀਂ ਹੈ ਉਹ ਸਾਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਸੋ ਸੈਂਟਰ ਤੇ BJP RSS ਇਸ ਪੰਜਾਬ ਦੇ ਸੂਬੇ ਨੂੰ ਦਬਾਉਣਾ ਚਾਹੁੰਦਾ ਹੈ, ਪਰ ਅਸੀਂ ਜਿਵੇਂ ਹੁਣ ਸਾਹਿਬ ਬੂਟਾ ਸਿੰਘ ਕਿੰਨੀ ਦੂਰ ਬੈਠੇ ਆਪਣੇ ਪੰਜਾਬ ਤੇ ਆਪਣੇ ਪਿੰਡ ਦੀ ਸੋਚ ਕਰ ਰਹੇ ਹੈ। ਅਸੀਂ ਸਿੱਖ ਕੌਮ ਮਰੀ ਨਹੀਂ ਹੈ, ਹੁਣ ਸਾਡੀ ਸਿੱਖ ਕੌਮ ਸਾਰੀ ਦੁਨੀਆ 'ਚ ਫੈਲ ਗਈ ਹੈ ਤੇ ਜਿਹੜਾ ਵੀ ਜ਼ਬਰ ਹੋਊਗਾ ਸਾਡੇ ਖਿਲਾਫ, ਜਿਵੇਂ ਅੱਜ ਦਿੱਲੀ ਦੇ ਵਿੱਚ ਰਸ਼ੀਆ ਦਾ ਫੋਰਨ ਮਿਨਿਸਟਰ ਆਇਆ ਹੋਇਆ ਹੈ, ਫੋਰਨ ਸੈਕਟਰੀ ਬਰਤਾਨੀਆ ਦੀ ਆਈ ਹੋਈ ਹੈ, ਇੰਡੀਆ ਦੇ ਵਿੱਚ ਤਿੰਨੇ ਇੰਡੀਆ, ਬਰਤਾਨੀਆ ਤੇ ਰੂਸ ਇਕੱਠੇ ਹੈ। ਇਹਨਾਂ ਤਿੰਨਾਂ ਨੇ ਰਲ ਕੇ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਫੌਜੀ ਅਟੈਕ ਕੀਤੇ ਸੀਗੇ। ਸਾਡੀ ਉੱਭਰਦੀ ਹੋਈ ਨੌਜਵਾਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦ ਕਰ ਦਿੱਤੀ। ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਏ, ਦਰਬਾਰ ਸਾਹਿਬ ਦਾ ਤੋਸ਼ਾਖਾਨਾ ਲੁੱਟ ਕੇ ਲੈ ਗਏ। ਅਜੇ ਤੱਕ ਕੋਈ ਵੀ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਹੈਗਾ।
ਤੇ ਸਿੱਖ ਕੌਮ ਕਦੇ ਭੁੱਲਦੀ ਨਹੀਂ ਤੇ ਹਮੇਸ਼ਾ ਬੀਜੇਪੀ ਨੂੰ ਯਾਦ ਰੱਖਣਾ ਚਾਹੀਦਾ ਕਿ ਬਲੂ ਸਟਾਰ ਤੋਂ ਬਾਅਦ ਜਿਹੜਾ ਸਿੱਖਾਂ ਨੇ ਹਮਲਾ ਕੀਤਾ ਉਹਦੀ ਵਜ੍ਹਾ ਦੇ ਨਾਲ ਅੱਜ ਕਾਂਗਰਸ ਕਿਤੇ ਕਿਤੇ ਦਿਖਦੀ ਹੈ ਤੇ ਬੀਜੇਪੀ ਹਕੂਮਤ ਦੇ ਵਿੱਚ ਆਈ ਹੈ। ਸੋ ਬੀਜੇਪੀ ਨੂੰ ਸਮਝਣਾ ਚਾਹੀਦਾ ਹੈ ਕਿ ਕਿਸ ਵਜ੍ਹਾ ਦੇ ਨਾਲ ਤੁਸੀਂ ਹਕੂਮਤ ਦੇ ਵਿੱਚ ਆਏ ਹੋ ਤੇ ਕਿਸ ਵਜ੍ਹਾ ਦੇ ਨਾਲ ਕਾਂਗਰਸ ਖਤਮ ਹੋਈ ਹੈ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਤੋਂ ਬਾਅਦ। ਸੋ ਮੇਰਾ ਮਤਲਬ ਹੈ ਕਿ ਲੱਦਾਖ ਨਹੀਂ ਸਾਂਭ ਸਕਦੇ ਬੀਜੇਪੀ ਆਰਐਸਐਸ ਵਾਲੇ, ਉੱਥੇ ਵੀ ਚੀਨ ਅੰਦਰ ਘੁਸੀ ਜਾਂਦੀ ਹੈ। ਜਦੋਂ ਘੁਸ ਰਹੀ ਹੈ ਫਿਰ ਉੱਥੇ ਸਿੱਖ ਫੌਜਾਂ ਨੂੰ ਭੇਜ ਰਹੇ ਹੈ, ਪਰ ਜੇ ਸਿੱਖ ਫੌਜਾਂ ਦੇ ਤੁਸੀਂ ਸੂਬੇ ਨੂੰ ਤਬਾਹ ਕਰ ਦੋਗੇ ਤਾਂ ਜਿਹੜੀ ਗੱਲਬਾਤ ਫੌਜ ਦੇ ਮਨ ਦੇ ਵਿੱਚ ਹੈਗੀ ਹੈ ਉਹ ਹਰੀ ਰਹਿੰਦੀ ਹੈ। ਸੋ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਜ਼ਬਰ ਕਦੇ ਨਹੀਂ ਕਰਨਾ ਚਾਹੀਦਾ, ਜਿਹੜੀ ਸਿਆਣਪ ਨਾਲ ਸਰਕਾਰ ਚੱਲਦੀ ਹੈ। ਬੇਅਦਬੀ ਨੂੰ ਲੈ ਕੇ ਜਿਵੇਂ ਕਾਫੀ ਦੇਰ ਤੋਂ ਸੰਘਰਸ਼ ਚੱਲ ਰਿਹਾ, ਹੁਣ ਵੀ ਕਾਫੀ ਦਿਨ ਤੋਂ ਸਾਡਾ ਮੋਰਚਾ ਮੈਨੂੰ ਲੱਗਦਾ ਸਰਕਾਰ ਸਾਡਾ ਮੋਰਚਾ ਇਹ 240-60 ਦਿਨਾਂ ਤੋਂ ਚੱਲ ਰਿਹਾ ਬਰਗਾੜੀ ਦੇ ਵਿੱਚ। ਰੋਜ਼ ਸਾਡੀ ਪਾਰਟੀ ਗ੍ਰਿਫਤਾਰੀਆਂ ਦਿੰਦੀ ਹੈ, ਪਰ ਅਜੇ ਤੱਕ ਕਿਸੇ ਨੂੰ ਫਰਕ ਨਹੀਂ ਪਿਆ, ਜਦ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੈਪਟਨ ਅਮਰਿੰਦਰ ਸਾਹਿਬ ਕਿਉਂ ਹਾਰੇ ਹੈ। ਉਹਨਾਂ ਨੂੰ ਪਤਾ ਹੈ ਬਾਦਲ ਤੇ ਸੁਖਬੀਰ ਸਿੰਘ ਕਿਉਂ ਹਾਰੇ ਹੈਗੇ ਹੈ। ਸੋ ਮੇਰਾ ਮਤਲਬ ਹੈ ਕਿ ਇਹ ਜਿਹੜਾ ਸਾਡੇ ਮਜ਼ਹਬ ਤੇ ਧਰਮ ਦਾ ਮਾਮਲਾ ਹੈ ਇਹ ਅਜੇ ਤੱਕ ਸੈਂਟਰ ਨੇ ਤੇ ਹੁਣ ਆਮ ਪਾਰਟੀ ਨੇ ਇਸ ਨੂੰ ਜਿੰਨਾ ਚਿਰ ਠੀਕ ਨਹੀਂ ਕਰਨਗੇ, ਜਿੰਨਾ ਚਿਰ ਬਰਗਾੜੀ ਦੇ ਦੋਸ਼ੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਤੇ ਸੈਣੀ ਤੇ ਰਾਮ ਰਹੀਮ ਨੂੰ ਗ੍ਰਿਫਤਾਰ ਕਰਕੇ ਅੰਦਰ ਨਹੀਂ ਦਿੰਦੇ, ਉਹਨਾਂ ਚਿਰ ਸਾਡੀ ਪਾਰਟੀ ਦਾ ਮੋਰਚਾ ਉੱਥੇ ਚੱਲਦਾ ਰਹੂਗਾ। ਔਰ ਜਿੱਥੇ ਵੀ ਜ਼ੁਲਮ ਹੋਇਆ 328 ਬੀੜਾਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ STPC ਨੇ ਵੇਚਤੀਆਂ। ਅੱਜ ਅਸੀਂ ਪਤਾ ਕਰਦੇ ਹਾਂ ਕਿ ਬੀਜੇਪੀ ਦੇ ਵਿੱਚ ਘਾਟਾ ਪਿਆ ਹੈ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਵਿੱਚ ਘਾਟਾ ਪਿਆ ਜਿਹੜਾ ਬਹੁਤ ਨੁਕਸਾਨਦੇਹ ਹੈ। ਉਹਦੇ ਇਲੈਕਸ਼ਨ 12 ਸਾਲ ਤੋਂ ਹੋ ਨਹੀਂ ਰਹੇ। ਸਿੱਖਾਂ ਦਾ ਜਮਹੂਰੀਅਤ ਹੱਕ ਆਪਣਾ ਖੋਹ ਲਿਆ ਹੈ ਬੀਜੇਪੀ RSS ਨੇ ਔਰ ਸਾਡੀਆਂ ਵੋਟਾਂ ਨਹੀਂ ਕਰਾ ਰਹੀ। ਇਸ ਕਰਕੇ 9 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸਾਡੀ ਪਾਰਟੀ ਬੁੱਧੀਜੀਵੀਆਂ ਦਾ ਇੱਕ ਵੱਡਾ ਸੈਮੀਨਾਰ ਕਰਾ ਰਹੀ ਹੈ ਕਿ ਸਾਡਾ ਹੱਕ ਜਮਹੂਰੀਅਤ ਦਾ ਵਾਪਸ ਕਰੇ। ਸਾਡੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ 1925 ਦੇ ਵਿੱਚ ਸਥਾਪਿਤ ਹੋਈ ਸੀ ਤੇ ਹਿੰਦੂਤਵਾ ਦੀ ਪਾਰਲੀਮੈਂਟ ਸਿਰਫ 1947 ਦੇ ਵਿੱਚ ਸਥਾਪਿਤ ਹੋਈ ਹੈ। ਅਸੀਂ ਆਪਣੀ ਪਾਰਲੀਮੈਂਟ ਨੂੰ ਇਸ ਤਰ੍ਹਾਂ ਨਹੀਂ ਜਾਣ ਦੇਣਾ ਬਗਾਨਿਆਂ ਦੇ ਹੱਥ ਦੇ ਵਿੱਚ, ਜਿਹੜੇ ਜ਼ਿੰਮੇਵਾਰੀ ਨਾ ਲੈਣ ਔਰ ਗੈਰ ਜ਼ਿੰਮੇਵਾਰੀ ਦੇ ਨਾਲ ਇਸ ਹਕੂਮਤ ਸਾਂਭਣ। ਤੇ ਹੁਣ ਹਾੜੀ ਦਾ ਸਮਾਂ ਆ ਗਿਆ, ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀ ਲਾਮੀ ਹੋਣੀ ਹੈ। ਇਹ 2-2, 3-3 ਹਜ਼ਾਰ ਕਿੱਲੇ ਦੇ ਰਹੇ ਹੈ, ਜਦ ਕਿ ਮਾਰਕੀਟ ਰੇਟ 60,000 ਤੋਂ 70,000 ਪ੍ਰਤੀ ਕਿੱਲਾ ਹੈਗਾ। ਤੋ ਇਹ ਸਾਰੀ ਚੀਜ਼ STPC ਨੂੰ ਸੋਚਣੀ ਚਾਹੀਦੀ ਹੈ। ਜਿਹੜੀਆਂ ਇਮਾਰਤਾਂ ਤਰਨਤਾਰਨ ਸਾਹਿਬ ਨਿਹਾਲ ਸਿੰਘ ਕਬਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸੀ ਉਹਨਾਂ ਨੇ ਬਣਾਈ ਸੀਗੀ ਡਿਊੜੀ, ਉਹ ਵੀ STPC ਦੇ ਦਸਤਖਤ ਹੇਠ ਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਤੋੜ ਦਿੱਤੀ ਹੈ। ਕੁਦਰਤੀ ਸਾਡੇ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਦਾਰ ਉੱਥੇ ਪਹੁੰਚ ਗਏ ਸੀਗੇ ਤੇ ਜਿਹੜਾ ਪੂਰਾ ਨੁਕਸਾਨ ਹੋਣਾ ਸੀ ਉਹਦੇ ਤੋਂ ਸਾਡੀ ਪਾਰਟੀ ਨੇ ਬਚਾਤਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹਦੇ ਉੱਤੇ FIR ਲੌਂਚ ਕਰੇ ਜਿਹੜੀ ਅਸੀਂ ਰਿਪੋਰਟ ਦਿੱਤੀ ਹੈ। ਸਰਕਾਰ ਦਾ ਰਵੱਈਆ ਕਿਸ ਤਰੀਕੇ ਦਾ ਲੱਗਦਾ ਤੁਹਾਨੂੰ? ਉਮੀਦਵਾਰ ਐਲਾਨੇ ਸੁਪਰੀਮ ਕੋਰਟ ਨੇ ਵੀ ਤਾਲਨਾ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜੱਜ ਵੀ ਚੇਂਜ ਹੋਣਾ ਚਾਹੀਦਾ ਹਾਈ ਕੋਰਟ ਦਾ। ਕੀ ਲੱਗਦਾ ਉਹਨਾਂ ਨੇ ਕਿਹਾ ਹੁਣ ਜਿਹੜੇ ਨਵੇਂ AG ਲੱਗੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਸਮਾਂ ਚਾਹੀਦਾ, 8 ਅਪ੍ਰੈਲ ਤੱਕ ਦਾ ਨਵਾਂ ਸਮਾਂ ਮੰਗ ਲਿਆ ਉਹਨਾਂ ਨੇ? ਨਹੀਂ ਜੀ, ਸਮਾਂ ਨਹੀਂ, ਇੱਕਦਮ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਸੈਣੀ ਦੀ, ਬਾਦਲ ਦੀ, ਸੁਖਬੀਰ ਤੇ ਸਰਸੇ ਸਾਹਿਬ ਦੀ। ਸਮਾਂ ਹੁਣ ਕਾਹਦਾ ਲੈਣਾ ਹੈ ਐਡਵੋਕੇਟ ਜਨਰਲ ਨੇ? ਕਹਿੰਦੇ ਸਾਨੂੰ ਸਮਝ ਨਹੀਂ ਹੈਗੀ ਮਾਨ ਸਾਹਿਬ ਨਾ ਫਿਰ ਇਹ ਕੀ ਕਰਦੇ ਰਹੇ ਹੈ ਨਾ ਇਹ ਕੀ ਕਰਦੇ ਰਹੇ ਇੰਨਾ ਚਿਰ ਵਕਾਲਤ ਕਦ ਨਹੀਂ ਕੀਤੀ ਹੈ। ਇਹ ਲੈ ਕੇ ਇਸ ਅਹੁਦੇ ਤੇ ਜੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਕੇਸ ਕਾਹਦਾ ਹੈਗਾ, ਫਿਰ ਮੇਰਾ ਮਤਲਬ ਜਿਹਦੇ ਤੇ ਆਮ ਪਾਰਟੀ BJP ਕਾਂਗਰਸ ਨੂੰ ਹਰਾ ਕੇ ਆਈ ਹੈ, ਜਿਸ ਵਜ੍ਹਾ ਦੇ ਨਾਲ ਜੇ ਉਹ ਵਜ੍ਹਾ ਦਾ ਹੀ ਨਹੀਂ ਪਤਾ ਹੈਗਾ ਫਿਰ ਰੱਬ ਹੀ ਇਸ ਨੂੰ ਬਚਾ ਸਕਦਾ, ਹੋਰ ਤਾਂ ਕੋਈ ਬਚਾ ਨਹੀਂ ਸਕਦਾ।
ਮਾਨ ਸਾਹਿਬ 2024 ਦੀਆਂ ਐਮਪੀ ਚੋਣਾਂ ਲਈ ਤੁਸੀਂ ਅੱਜ ਉਮੀਦਵਾਰ ਦੀ ਐਲਾਨ ਕੀਤਾ ਹੈ ਤੇ ਉਹਨਾਂ ਉਮੀਦਵਾਰਾਂ ਬਾਰੇ ਵੀ ਜਿਹੜਾ ਕਿ ਥੋੜੀ ਜਾਣਕਾਰੀ ਦੇ ਦਿਓ। ਹਾਂ ਸਾਹਿਬ ਖੁਸ਼ਪਾਲ ਸਿੰਘ ਬਹੁਤ ਪੜ੍ਹੇ ਲਿਖੇ ਵਕੀਲ ਹੈਗੇ ਆ। ਇਹ ਚੰਡੀਗੜ੍ਹ 'ਚ ਇਹਨਾਂ ਦੀ ਰਿਹਾਇਸ਼ ਹੈ। ਇਹਨਾਂ ਦੇ ਬਾਪੂ ਜੀ ਸਰਦਾਰ ਮਾਨ ਸਾਹਿਬ, ਉਹਨਾਂ ਨੇ ਬਹੁਤ ਸੇਵਾ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਵਿੱਚ ਕੀਤੀ ਹੈਗੀ ਹੈ ਤੇ ਇਹਨਾਂ ਨੂੰ ਸਿਆਸਤ ਦੀ ਸਾਰੀ ਸਮਝ ਹੈ ਤੇ ਸਿੱਖਾਂ ਦੀ ਸਿਆਸਤ ਖਾਸ ਕਰਕੇ ਕਰਕੇ ਇਹਨਾਂ ਦੇ ਪਿਤਾ ਜੀ ਨੇ ਸ਼ੁਰੂ ਤੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਰਹਿ ਕੇ ਜੜੋਂ ਪਤਾ ਹੈ ਕਿ ਸਿੱਖ ਸਿਆਸਤ ਕੀ ਹੈ, ਹਿੰਦੂਤਵ ਸਿਆਸਤ ਕੀ ਹੈ ਤੇ ਇਹਨਾਂ ਦੋਨਾਂ ਦਾ ਜਿਹੜਾ ਟਕਰਾਅ ਹੈ ਉਹ ਪੂਰੀ ਤਰ੍ਹਾਂ ਇਹ ਸਮਝ ਸਕਦੇ ਹੈ। ਚੰਡੀਗੜ੍ਹ ਦਾ ਮੁੱਦਾ ਹੋ ਗਿਆ, ਚੰਡੀਗੜ੍ਹ ਦਾ ਮੁੱਕਦਾ ਕੋਲ ਦਾ ਮੁੱਦਾ ਹੋ ਗਿਆ। ਗੱਲ ਇਹ ਕਿ ਪੰਜਾਬ ਦੇ ਨਾਲ ਜਿਹੜੀ ਪੰਜਾਬ ਦੀ ਦੁਰਗਤੀ ਹੋ ਰਹੀ ਹੈ ਔਰ ਸਪੈਸ਼ਲੀ 1947 ਤੋਂ ਬਾਅਦ ਹਰ ਰੋਜ਼ ਸਾਨੂੰ ਕੋਈ ਨਾ ਕੋਈ ਝਟਕਾ ਇਹ ਦਿੰਦੇ ਨੇ ਤੇ ਜਦੋਂ ਔਰ ਤਰਾਸਦੀ ਸਾਡੀ ਸਟੇਟ ਦੀ ਇਹ ਹੈ ਵੀ ਜਿਹੜੀ ਸਾਡੀ ਇੱਥੋਂ ਨੁਮਾਇੰਦਗੀ ਕਰਦੇ ਨੇ ਉਹ ਆਪ ਹੀ ਜਿਹੜਾ ਦਿੱਲੀ ਦਾ ਨੈਰੇਟਿਵ ਹੈਗਾ, ਜਿਹੜਾ ਸੈਂਟਰਿਸਟ ਨੈਰੇਟਿਵ ਹੈਗਾ, ਉਹਦੇ ਉਹ ਪੁਜਾਰੀ ਨੇ। ਉਹ ਬੋਲਦੇ ਨਹੀਂ ਹੈ ਸਟੇਟ ਦੀ, ਪੰਜਾਬ ਦੀ ਤੇ ਕੌਮ ਦੀ ਗੱਲ ਕਰਨ ਵਾਲੇ ਸਭ ਉੱਥੇ ਗੂੰਗੇ ਬੋਲੇ ਗਏ ਨੇ ਤੇ ਅੱਜ ਤੱਕ ਜਾਂਦੇ ਨੇ। ਮੇਰੇ ਖਿਆਲ ਸਾਰ ਸਿਮਰਨਜੀਤ ਸਿੰਘ ਮਾਨ ਜਾਂ ਇੱਕ ਅੱਧੇ ਕੋਈ ਸਤਾ ਕਪੂਰ ਸਿੰਘ, ਇਹਨਾਂ ਨੂੰ ਛੱਡ ਦਿਓ ਤਾਂ ਸਾਡੀ ਜਿਹੜੀ 70 ਸਾਲ ਦੀ 75 ਸਾਲ ਦੀ ਇੰਡੀਅਨ ਪਾਰਲੀਮੈਂਟ ਦੀ ਹਿਸਟਰੀ ਹੈਗੀ ਹੈ ਸਿੱਖਾਂ ਦੀ। ਸ਼ਹੀਦਾਂ ਦੀ ਯਾਦਗਾਰੀ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ ਸਮੂਹ ਇਲਾਕਾ ਨਿਵਾਸੀਆਂ ਦਾ ਔਰ ਬਾਹਰੋਂ ਆਏ ਸਾਰੇ ਪਤਵੰਤੇ ਸੱਜਣਾਂ ਦਾ ਸਰਦਾਰ ਬੂਟਾ ਸਿੰਘ ਜੀ ਖੜੌਦ ਅਮਰੀਕਾ ਨਿਵਾਸੀ, ਉਹਨਾਂ ਦੇ ਵੱਡੇ ਵੀ ਸਰਦਾਰ ਜੋਗਾ ਸਿੰਘ ਜੀ ਪਿੰਡ ਕੱਟਣ ਤੋਂ, ਇਹਨਾਂ ਵੱਲੋਂ ਸਾਰੇ ਸੱਜਣਾਂ ਦਾ ਸਾਡੇ ਪਿੰਡ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਅੱਜ ਦੇ ਸਾਡੇ ਮੁੱਖ ਮਹਿਮਾਨ ਸਰਦਾਰ ਸਿਮਰਜੀਤ ਸਿੰਘ ਮਾਨ, ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸਰਦਾਰ ਜੋਗਾ ਸਿੰਘ ਜੀ ਵੱਲੋਂ ਧੰਨਵਾਦ। ਕੁਸ਼ਲਪਾਲ ਸਿੰਘ ਜੀ ਮਾਨ ਜੋ ਕਿ ਕਨਵੀਨਰ ਹਨ ਇਸ ਪਾਰਟੀ ਦੇ, ਉਹਨਾਂ ਵੱਲੋਂ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ। ਔਰ ਸਾਡੇ ਅਸੀਂ ਸਰਦਾਰ ਜੋਗਾ ਸਿੰਘ ਜੀ ਵੱਲੋਂ ਔਰ ਪੂਰੇ ਖਰੌਦ ਪਰਿਵਾਰ ਵੱਲੋਂ ਅਸੀਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।